ਪੰਜਾਬੀ ਜਿੱਥੇ ਵੀ ਜਾਂਦੇ ਨੇ ਉੱਥੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਲੈਂਦੇ ਨੇ। ਚਾਹੇ ਬਾਤ ਕੀਤੀ ਜਾਵੇ ਕਿਸੇ ਵੀ ਖੇਤਰ ਦੀ, ਚਾਹੇ ਉਹ ਖੇਡ ਨਾਲ ਹੋਵੇ, ਪੜ੍ਹਾਈ ਨਾਲ ਜੁੜਿਆ ਹੋਵੇ ਜਾਂ ਫਿਰ ਹੋਰ ਵਿਸ਼ਿਆਂ 'ਤੇ। ਤਾਂ ਇਸ ਵਕਤ ਦੀ ਗੱਲ ਕਰੀਏ ਤਾਂ ਭਾਰਤ ਦੇ ਪਹਿਲੇ ਪੰਜਾਬੀ ਹੋਏ ਨੇ ਜਿਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ ਅਤੇ ਜੋ ਕੌਂਸਲ ਫੋਰ ਸਪੇਸ ਐਂਡ ਅਰਥ ਸਾਇੰਸ ਲਈ ਸਿਲੈਕਟ ਹੋਏ ਨੇ, ਉਸ ਦੇ ਡਾਇਰੈਕਟਰ ਨਿਯੁਕਤ ਕੀਤੇ ਗਏ ਨੇ। ਉਹ ਵਿਅਕਤੀ ਜੋ ਨੇ ਫਰੀਦਕੋਟ ਦੇ ਜੈਤੋ ਦੇ ਰਹਿਣ ਵਾਲੇ ਨੇ, ਸਾਡੇ ਨਾਲ ਮੌਜੂਦ ਨੇ। ਸਰ, ਸਭ ਤੋਂ ਪਹਿਲੇ ਤਾਂ ਦੈਨਿਕ ਸਵੇਰਾ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜੀ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਮੈਂ ਦੈਨਿਕ ਸਵੇਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇੱਥੇ ਆਏ ਅਤੇ ਇਸ ਵਿਸ਼ੇ ਲਈ, ਸਪੇਸ ਦੇ ਵਿਸ਼ੇ ਲਈ ਲੋਕਾਂ ਦੀ ਜਾਗਰੂਕ ਕਰ ਰਹੇ ਹੈ। ਸਰ, ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਵੀ ਬਹੁਤ ਸਾਰੇ ਵਿਅਕਤੀ ਹੁੰਦੇ ਨੇ, ਕੋਸ਼ਿਸ਼ ਜ਼ਰੂਰ ਕਰਦੇ ਨੇ, ਪਰ ਇਸ ਖੇਤਰ ਵਿੱਚ ਜਾਣ ਵਾਲੇ ਭਾਰਤ ਦੇ ਪਹਿਲੇ ਵਿਅਕਤੀ ਬਣੇ ਹੋ ਜੋ ਕਿ ਡਾਇਰੈਕਟਰ ਦੀ ਪੋਸਟ 'ਤੇ ਪਹੁੰਚੇ। ਜੀ ਹਾਂ, ਇਹ ਮੇਰੇ ਲਈ ਮਾਣ ਮਹਿਸੂਸ ਹੈ। ਦੇਖੋ, ਅੱਜ ਜੋ ਜ਼ਮਾਨਾ, ਜੋ ਅੱਜ ਇੰਡੀਆ ਦਾ ਜੋ ਸਿਸਟਮ ਚੱਲ ਰਿਹਾ ਹੈ, ਉਹ ਬੇਸਿਕਲੀ ਇੱਕ ਨਿਊ ਇੰਡੀਆ, ਨਿਊ ਜਨਰੇਸ਼ਨ ਲਈ ਡਿਵੈਲਪੇਸ਼ਨ ਹੈ। ਤਾਂ ਮੈਨੂੰ ਲੱਗਦਾ ਵੀ ਇੱਕ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਹੈ ਜਿਸ ਨਾਲ ਮੈਂ ਲੋਕਾਂ ਨੂੰ, ਇੰਡੀਆ ਦਾ ਖਾਸ ਕਰ ਸਪੇਸ ਦੇ ਮੈਟਰ 'ਚ ਇਨਵੋਲਵ ਹੋ ਸਕਦਾ ਹੈ। ਸਫ਼ਰ ਕਿਸ ਤਰੀਕੇ ਦਾ, ਸ਼ੁਰੂਆਤ ਦੀ ਗੱਲ ਕਰੀਏ ਆਪਾਂ, ਕਿਉਂਕਿ ਫਰੀਦਕੋਟ ਨੂੰ ਬਹੁਤ ਛੋਟਾ ਸ਼ਹਿਰ ਸਮਝਿਆ ਜਾਂਦਾ ਹੈ, ਉਸਦੇ ਵਿੱਚ ਜੈਤੋ ਤੋਂ ਉੱਠ ਕੇ ਦੁਨੀਆ ਦੇ ਇਹੋ ਜਿਹੇ ਰੈਂਕ 'ਤੇ ਜਾਣਾ, ਸ਼ੁਰੂਆਤ ਤੋਂ ਜਾਣਾ, ਸਫ਼ਰ ਕਿੱਥੋਂ ਸ਼ੁਰੂ ਹੋਇਆ, ਕਿਸ ਤਰੀਕੇ ਨਾਲ ਇੱਥੇ ਪਹੁੰਚੇ? ਸਭ ਤੋਂ ਪਹਿਲਾਂ ਮੈਂ ਸਟੱਡੀ ਕੀਤੀ। PhD ਕਰਨ ਤੋਂ ਬਾਅਦ ਮੈਨੂੰ ਲੱਗਿਆ ਵੀ ਸਾਨੂੰ ਸਭ ਤੋਂ ਜ਼ਿਆਦਾ ਕੰਮ ਕਰਨਾ ਚਾਹੀਦਾ ਪੋਲਿਸੀਜ਼ 'ਤੇ। ਤਾਂ ਮੈਂ ਡਾਇਰੈਕਟਰ ਬਣਿਆ ਸੈਂਟਰ ਫਾਰ ਪਬਲਿਕ ਪੋਲਿਸੀ ਐਨਾਲਿਸਿਸ ਦਾ। ਉਸ ਤੋਂ ਬਾਅਦ ਮੈਂ ਕੁਛ ਚੈਂਬਰ ਆਫ ਕਮਰਸਿਸ ਦਾ ਐਡਵਾਈਜ਼ਰੀ ਬੋਰਡ ਮੈਂਬਰ ਰਿਹਾ। ਉਸ ਤੋਂ ਬਾਅਦ ਜਦੋਂ ਮੇਰੇ ਰਿਸਰਚ ਪੇਪਰ ਮੈਂ ਪਬਲਿਸ਼ ਕੀਤੇ ਤਾਂ ਕੌਂਸਲ ਫਾਰ ਸਪੇਸ ਐਂਡ ਸਾਇੰਸ ਨੂੰ ਬਹੁਤ ਵਧੀਆ ਲੱਗਿਆ ਵੀ ਜੋ ਮੈਂ ਵਰਕ ਕੀਤਾ ਹੋਇਆ ਸਪੇਸ 'ਤੇ ਉਹ ਬੜਾ ਹੀ ਡਿਫਰੈਂਟ ਲੱਗਿਆ ਉਹਨਾਂ ਨੂੰ, ਵੀ ਜੋ ਦੁਨੀਆ ਤੋਂ ਡਿਫਰੈਂਟ ਲੱਗਿਆ। ਤਾਂ ਉਸ ਮੈਟਰ ਨਾਲ ਉਹਨਾਂ ਨੇ ਮੈਨੂੰ ਇਸ 'ਚ ਇਨਵੋਲਵ ਕਰਵਾਇਆ, ਇਸ 'ਚ ਡਾਇਰੈਕਟਰ ਲਗਾਇਆ। ਤਾਂ ਵਿਸ਼ੇਸ਼ ਤੌਰ 'ਤੇ ਗੱਲ ਕਰੀਏ ਆਪਾਂ, ਜੋ ਕੌਂਸਲ ਹੈ ਕਿਸ ਤਰੀਕੇ ਦੀ ਵਰਕ ਕਰਦੀ ਹੈ, ਕਿਉਂਕਿ ਹਰ ਇੱਕ ਪਾਸੇ ਜਾਣ ਲਈ ਕਿਤੇ ਨਾ ਕੋਈ ਅਕੈਡਮਿਕਸ ਮਿਲ ਜਾਂਦੇ ਨੇ, ਕੁਛ ਮਿਲ ਜਾਂਦਾ ਹੈ। ਸਪੇਸ ਬਾਰੇ ਸੋਚ ਜ਼ਰੂਰ ਸਕਦੇ ਬੱਚੇ, ਪਰ ਉਹ ਤੱਕ ਪਹੁੰਚ ਨਹੀਂ ਹੋ ਪਾਉਂਦੀ ਬਹੁਤ ਸਾਰੇ ਬੱਚਿਆਂ ਦੀ। ਤਾਂ ਵਰਕ ਕਿਸ ਤਰੀਕੇ ਨਾਲ ਕਰਦੀ ਹੈ ਪੂਰੀ ਕੌਂਸਲ ਤੁਹਾਡੀ ਹੈ? ਕੌਂਸਲ ਫਾਰ ਸਪੇਸ ਅਰਥ ਸਾਇੰਸ ਬੇਸਿਕਲੀ ਇੱਕ ਤਾਂ ਰਿਸਰਚ ਦਾ ਕੰਮ ਕਰ ਰਹੀ ਹੈ, ਦੂਜਾ ਵਰਕਸ਼ਾਪ ਦਾ ਕੰਮ ਕਰ ਰਹੀ ਹੈ, ਜੋ ਸਪੇਸ ਮੈਟਰ ਦੇ ਵਰਕਸ਼ਾਪ ਲੱਗ ਰਹੀਆਂ, ਇੰਟਰਨਸ਼ਿਪ ਦਾ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਕਾਨਫਰੰਸਿਸ ਹੋ ਰਹੀਆਂ ਸਪੇਸ ਦੇ ਮੈਟਰ 'ਤੇ। ਇਸ ਤੋਂ ਇਲਾਵਾ ਇੱਕ ਫੋਰਮ ਹੈ ਜਿੱਥੇ ਜਿੰਨੇ ਵੀ ਸਪੇਸ ਰਿਲੇਟਡ ਪਰਸਨਸ ਨੇ, ਸਟੂਡੈਂਟਸ ਨੇ ਜੋ ਸਪੇਸ ਲਈ ਕੰਮ ਕਰਨਾ ਚਾਹੁੰਦੇ ਨੇ, ਉਹ ਇਸ ਮੰਚ ਨੂੰ ਜੁਆਇਨ ਕਰ ਸਕਦੇ ਨੇ ਅਤੇ ਸਪੇਸ ਦੇ ਆਪਦੀ ਨੌਲੇਜ ਵਧਾ ਸਕਦੇ ਅਤੇ ਦੂਸਰੇ ਦੀ ਵੀ ਨੌਲੇਜ ਉਹਨੂੰ ਦੇ ਸਕਦੇ ਆ। ਇਸ ਤੋਂ ਇਲਾਵਾ ਅਸੀਂ 5 ਫੰਡਾਮੈਂਟਲੀ ਰਿਸਰਚ ਕਰ ਰਹੇ ਹਾਂ ਜਿਸ 'ਤੇ ਕਿ ਕਿਸ ਡਾਟਾ ਕਲੈਕਟ ਕਰੇ, ਕਿਸ ਤਰੀਕੇ ਨਾਲ ਐਗਰੀਕਲਚਰ ਦੀ ਡਿਵੈਲਪਮੈਂਟ, ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜ਼ਿਆਦਾ ਪੈਦਾਵਾਰ ਕਰ ਸਕਣ ਐਗਰੀਕਲਚਰ ਦੀ। ਇਸ ਤੋਂ ਇਲਾਵਾ ਕਿਸ ਤਰੀਕੇ ਨਾਲ ਫਲੱਡਸ ਨੂੰ ਰੋਕਿਆ ਜਾਵੇ ਐਂਡ ਨਵਾਂ ਸਟੂਡੈਂਟ ਕਿਵੇਂ ਜੁਆਇਨ ਹੋਵੇ ਇਸ ਸਪੇਸ ਸੈਕਟਰ ਦੇ ਵਿੱਚ, ਉਸ ਵਿੱਚ ਵੀ ਇਹ ਵਰਕ ਕਰ ਰਹੀ ਹੈ। ਆਪਾਂ ਐਗਜ਼ਾਮਪਲ ਗੂਗਲ ਮੈਪ ਦਾ ਲੈ ਲੈਂਦੇ ਹਾਂ ਆਪਾਂ, ਉਹ ਵੀ ਸਾਰਾ ਸਪੇਸ ਨਾਲ ਰਿਲੇਟਿਡ ਹੈ। ਤਾਂ ਹੋਰ ਕਿਹੜੀਆਂ ਚੀਜ਼ਾਂ ਨੇ ਵਿਸ਼ੇਸ਼ ਤੋਂ ਜਾਣਨਾ ਚਾਹਾਂਗੇ ਜੋ ਕਿ ਇਸ ਚੀਜ਼ ਨਾਲ ਰਿਲੇਟਿਡ ਨੇ ਅਤੇ ਆਮ ਦਿਨਚਰਿਆ ਵਿੱਚ ਆਪਾਂ ਯੂਜ਼ ਕਰਦੇ ਹਾਂ, ਬਹੁਤ ਸਾਰੇ ਲੋਕ ਉਹਨਾਂ ਨੂੰ ਪਤਾ ਨਹੀਂ ਹੋਊਗਾ? ਵੈਦਰ ਫੋਰਕਾਸਟਿੰਗ ਸਭ ਤੋਂ ਵੱਡੀ ਚੀਜ਼ ਹੈ। ਵੈਦਰ ਅਸੀਂ ਪਹਿਲਾਂ ਦੇਖ ਲੈਂਦੇ, ਚੈੱਕ ਕਰ ਲੈਂਦੇ ਹਾਂ ਵੀ ਕਦੋਂ ਬਾਰਿਸ਼ ਹੋਣੀ, ਕਦੋਂ ਨਹੀਂ। ਸੈਕਿੰਡ, ਗੂਗਲ ਮੈਪ ਬਹੁਤ ਵੱਡੀ ਸਪੇਸ ਦੇ ਨਾਲ ਅਟੈਚ ਹੋ ਰਹੀ ਹੈ। ਥਰਡ, ਅਸੀਂ ਗੱਲ ਕਰੀਏ ਸਪੇਸ ਵਿਸ਼ੇ 'ਤੇ, ਸਪੇਸ ਦੇ ਵਿੱਚ ਮੈਪਸ ਆ ਗਏ ਸਿਸਟਮੈਟਿਕਲੀ। ਐਗਰੀਕਲਚਰ ਦੀ ਜੋ ਨਵੇਂ ਹੁਣ ਰਿਸਰਚ ਹੀ ਸਾਰੇ ਨਵੀਂ ਜੋ ਜੋ ਬੜੀ ਕੰਪਨੀਆਂ ਜੋ ਕਰ ਰਹੀਆਂ ਐਗਰੀਕਲਚਰ ਸੈਕਟਰ 'ਤੇ, ਉਹ ਵੀ ਵਿਦ ਦੀ ਹੈਲਪ ਆਫ ਦਾ ਸਪੇਸ ਕਰ ਰਹੀਆਂ। ਐਂਡ ਫੋਰਥ ਇਜ਼ ਕੋਈ ਨਵਾਂ ਜਿਵੇਂ ਕੋਈ ਗ੍ਰਹਿ, ਕੋਈ ਨੀਅਰ ਅਰਥ ਆਬਜੈਕਟ ਕੁਛ ਆਉਣ ਵਾਲਾ, ਉਹ ਵੀ ਵਿਦ ਦੀ ਹੈਲਪ ਆਫ ਦਾ ਸਪੇਸ ਅਸੀਂ ਚੈੱਕ ਕਰ ਲੈਂਦੇ ਵੀ ਧਰਤੀ 'ਤੇ ਕੀ ਹੋਣ ਵਾਲਾ, ਉਹ ਸਾਰਾ ਕੁਝ ਵਿਦ ਦੀ ਹੈਲਪ ਆਫ ਸਪੇਸ ਹੋ ਸਕਦਾ ਹੈ। ਜਿਸ ਤਰੀਕੇ ਨਾਲ ਹੁਣ ਤਮਾਮ ਮੁਲਕ ਜੋ ਨੇ ਸਿਕਿਉਰਿਟੀ ਨੂੰ ਲੈ ਕੇ ਹੁਣ ਸਭ ਦੀ ਨਿਗਾਹ ਸਪੇਸ 'ਤੇ ਨੇ ਕਿ ਸਪੇਸ ਤੋਂ ਸਾਰਾ ਕੁਝ ਨਿਗਾਹ ਰੱਖੀ ਜਾਂਦੀ ਹੈ, ਤਾਂ ਉਸ ਦੇ ਬਾਰੇ ਹੁਣ ਸ਼ੁਰੂਆਤ ਦੀ ਗੱਲ ਕਰੀਏ ਆਪਾਂ ਕਿ ਵੀ ਬੱਚਾ ਸ਼ੁਰੂਆਤ ਕਿਸ ਤਰੀਕੇ ਨਾਲ ਕਰੇ, ਤੁਹਾਡੇ ਤੱਕ ਪਹੁੰਚ ਕਿਸ ਤਰੀਕੇ ਨਾਲ ਕਰੇ ਬੱਚਾ? ਦੇਖੋ, ਸਭ ਤੋਂ ਪਹਿਲਾਂ ਤੁਸੀਂ ਸਪੇਸ ਦੀ ਇਹਦੀ ਵਰਕਿੰਗ ਦਿਖਾਉਣੀ ਹੈ, ਆਪਦੇ ਪੇਪਰ ਪਬਲਿਸ਼ ਕਰਨੇ, ਤੁਸੀਂ ਕੀ ਸਪੇਸ 'ਤੇ ਕੰਮ ਕੀਤਾ। ਉਸ ਤੋਂ ਬਾਅਦ ਤੁਸੀਂ ਸਾਡੀ ਵੈਬਸਾਈਟ 'ਤੇ ਜੁਆਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਥਰੂ ਦਾ ਫੇਸਬੁੱਕ ਸਾਡੇ ਨਾਲ ਜੁਆਇਨ ਕਰ ਸਕਦੇ ਹੋ। ਮੇਨਲੀ ਤੁਹਾਡੇ ਪੇਪਰ ਹੈ। ਸੈਕਿੰਡ, ਤੁਹਾਡੀ PhD ਕੀਤੀ ਹੋਵੇ ਇਨ ਦਾ ਸੈਂਸ ਆਫ ਦਾ ਇਨ ਐਨੀ ਸਾਇੰਸ, ਠੀਕ ਹੈ। ਮਨੀ ਇਜ਼ ਨੋਟ ਮੈਟਰ, ਲੇਕਿਨ ਤੁਹਾਡੀ ਰਿਸਰਚ ਪੇਪਰ ਬਹੁਤ ਵਧੀਆ ਹੋਣੀ ਚਾਹੀਦੀ ਹੈ। ਅਗਰ ਤੁਹਾਡੀ ਰਿਸਰਚ ਪੇਪਰ ਵੈਰੀ ਗੁੱਡ ਹੈ ਤਾਂ ਡੈਫੀਨੇਟਲੀ ਅਸੀਂ ਤੁਹਾਡੀ ਹੈਲਪ ਕਰਾਂਗੇ, ਤੁਹਾਨੂੰ ਸਟੀਪੈਂਡ ਦੇਵਾਂਗੇ, ਤੁਹਾਨੂੰ ਸੈਲਰੀਜ਼ ਦੇਵਾਂਗੇ ਐਂਡ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਅਸੀਂ ਫਿਊਚਰ ਦੇ ਵਿੱਚ ਕਿਵੇਂ ਸਪੇਸ ਦੇ ਵਿਸ਼ੇਸ 'ਤੇ ਇਨਵੋਲਵ ਹੋ ਕੇ ਟੋਪ ਦੇ ਸਾਇੰਟਿਸਟ ਬਣਨਾ ਹੈ। ਯਾਨੀ ਕਿ ਜੇ ਵਿਅਕਤੀ ਅੰਦਰ ਹੁਨਰ ਹੈਗਾ ਹੈ, ਕੰਮ ਕਰਨ ਦੀ ਤਕਨੀਕ ਹੈਗੀ ਹੈ, ਤਾਂ ਮਤਲਬ
ਪੈਸਾ ਨਹੀਂ ਮੈਟਰ ਕਰੂਗਾ, ਤੁਸੀਂ ਲੋਕ ਉਸ ਦੀ ਹੈਲਪ ਕਰੋਗੇ ਪੂਰੇ ਤਰੀਕੇ ਨਾਲ। ਡੈਫੀਨਿਟਲੀ ਟੈਲੈਂਟ ਇਜ਼ ਮੈਟਰ, ਮਨੀ ਇਜ਼ ਨੋਟ ਮੈਟਰ ਕਰੰਟਲੀ। ਤੁਸੀਂ ਇਹ ਦੇਖੋ ਜਿੰਨੇ ਵੱਡੇ ਵੱਡੇ ਸਟਾਰਟਅਪ ਹੋਇਆ ਇੰਡੀਆ ਦੇ ਵਿੱਚ, ਉਹਨਾਂ ਕੋਲ ਕਿਸੇ ਕੋਲ ਵੀ ਪੈਸਾ ਨਹੀਂ ਸੀਗਾ, ਲੇਕਿਨ ਟੈਲੈਂਟ ਸੀਗਾ। ਟੈਲੈਂਟ ਦੀ ਅੱਜ ਦਾ ਜੋ ਟਾਈਮ, ਅੱਜ ਦਾ ਜੋ 21st ਸੈਂਚੁਰੀ ਹੈ, ਉਹ ਟੈਲੈਂਟ 'ਤੇ ਵਰਕ ਕਰ ਰਹੀ ਹੈ। ਇਹ ਟੈਲੈਂਟ ਹੈ ਤਾਂ ਡੈਫੀਨਿਟਲੀ ਤੁਹਾਨੂੰ ਇਹ ਪਲੇਟਫਾਰਮ ਕੰਮ ਮਿਲੂਗਾ। ਤੁਹਾਡੀ ਹਰੇਕ ਜੋ ਤੁਹਾਡੇ ਸੁਪਨੇ ਨੇ, ਉਹ ਅਚੀਵਮੈਂਟਸ ਨੇ, ਜੋ ਵਰਕਿੰਗ ਨੇ, ਉਹ ਸਭ 'ਤੇ ਇਹ ਸਪੇਸ ਸੈਂਸ ਜੋ ਕਰੂ, ਉਹ ਤੁਹਾਡੇ ਮੈਟਰ 'ਤੇ ਵਰਕ ਕਰੂਗੀ। ਸ਼ੁਰੂਆਤ ਦੀ ਗੱਲ ਕਰੀ, PhD ਵਾਲਾ ਬੱਚਾ ਤੁਹਾਡੇ ਕੋਲ ਜੁਆਇਨ ਕਰਦਾ ਹੈ, ਕਿ ਸਿਰਫ ਤੁਹਾਡੇ ਕੋਲ ਇੰਟਰਨ ਹੀ ਕਰ ਸਕਦਾ ਜਾਂ ਜੋਬ ਵਗੈਰਾ ਵੀ ਅਵੇਲੇਬਲ ਕਰਾ ਦੋ? ਡੈਫੀਨਿਟਲੀ ਫਸਟਲੀ ਉਹ ਆਪਣੇ ਪੇਪਰ, ਮੇਨਲੀ ਗੱਲ ਹੈ ਪੇਪਰ ਪਬਲਿਸ਼ 'ਤੇ। ਜੋ ਵੀ ਉਹ ਪੇਪਰ ਪਬਲਿਸ਼ ਕਰੂਗਾ ਉਸ ਨੂੰ ਦੇਖ ਕੇ ਉਸਦੀ ਅਸੀਂ ਫਸਟਲੀ 3 ਮੰਥ ਅਸੀਂ ਇੰਟਰਨਸ਼ਿਪ ਦੇਖਾਂਗੇ। ਜੇ ਉਹਦੀ ਵਰਕਿੰਗ ਸਾਨੂੰ ਬਹੁਤ ਵਧੀਆ ਲੱਗੀ ਤਾਂ ਡੈਫੀਨਿਟਲੀ ਉਹ ਜੋਬ ਕਰ ਸਕਦਾ, ਐਂਡ ਸੈਲਰੀ ਪੈਕੇਜ ਇਜ਼ ਵੈਰੀ ਬਿਗ, ਵੈਰੀ ਗੁੱਡ। ਜਿਸ ਤਰੀਕੇ ਨਾਲ ਨੋਰਵੇ ਤੋਂ ਸ਼ੁਰੂਆਤ ਹੁੰਦੀ ਹੈ, ਕਿਹੜੇ ਕਿਹੜੇ ਕੰਟਰੀਜ਼ ਇਸ ਵਿੱਚ ਤੁਸੀਂ ਇਨਵੋਲਵ ਹੁੰਦੇ ਹੋ, ਜੋ ਕਿ ਮਿਲ ਕੇ ਇੱਕ ਸਮੂਹ ਚਲਾਉਂਦੇ ਹੈਗਾ? ਅਸੀਂ ਬੇਸਿਕਲੀ ਯੂਰਪ, ਇੰਡੀਆ, ਹਰੇਕ ਕੰਟਰੀ ਨੂੰ ਇਸ ਨਾਲ ਅਟੈਚ ਕਰ ਰਹੇ ਹਾਂ। ਆਸਟ੍ਰੇਲੀਆ ਦੇ ਵਿੱਚ ਵੀ ਹੁਣ ਇੱਕ ਸਿਸਟਮ ਚੱਲ ਰਿਹਾ ਸਪੇਸ 'ਤੇ। ਇਸ ਤੋਂ ਇਲਾਵਾ ਅਸੀਂ ਪੈਰਿਸ ਦੇ ਵਿੱਚ ਵੀ ਸਾਡੀ ਗੱਲ ਚੱਲ ਰਹੀ ਹੈ ਵੀ ਇਸ ਵਿਸ਼ੇ 'ਤੇ, ਐਂਡ ਆਲਸੋ ਵਰਕਿੰਗ ਫॉर ਦਾ ਇੰਡੀਆ। ਦੇਖੋ ਇਸ ਜਿਸ ਧਰਤੀ 'ਚ ਪੈਦਾ ਹੋਏ ਹਾਂ, ਉਸ ਧਰਤੀ ਦੇ ਲਈ ਤਾਂ ਡੈਫੀਨਿਟਲੀ ਅਸੀਂ ਵਰਕ ਕਰ ਰਹੇ ਹਾਂ। ਬਿਲਕੁਲ, ਇਹ ਤਾਂ ਹੁੰਦਾ ਹੀ ਹੈ ਕਿ ਜਦੋਂ ਇੰਨੀ ਵੱਡੀ ਪੋਸਟ 'ਤੇ ਪਹੁੰਚ ਗਏ, ਜਿਹੜੇ ਦੇਸ਼ ਦਾ ਉਹ ਦੇਣ ਤਾਂ ਪਰ ਨਹੀਂ ਦੇ ਸਕਦੇ, ਪਰ ਕਿਤੇ ਨਾ ਕਿਤੇ ਮਾਣ ਬਹੁਤ ਮਹਿਸੂਸ ਹੁੰਦਾ ਨਾ ਕਿ ਹਾਂ ਵੀ ਪਹਿਲਾ ਪੰਜਾਬੀ ਇੰਡੀਆ ਦਾ ਹੈਗਾ ਜਿਹੜਾ ਕਿ ਇਸ ਪੋਸਟ 'ਤੇ ਪਹੁੰਚਿਆ। ਮਾਣ, ਹਾਂ ਮਾਣ ਹੈ, ਡੈਫੀਨਿਟਲੀ ਮਾਣ ਤਾਂ ਮਹਿਸੂਸ ਹੁੰਦਾ ਹੀ ਹੁੰਦਾ। ਸੈਕਿੰਡ ਚੀਜ਼ ਇਹ ਹੈ ਵੀ ਮੈਨੂੰ ਮੇਰੇ ਦੇਸ਼ ਲਈ ਕੰਮ ਕਰਨ ਦਾ ਮੌਕਾ ਮਿਲਿਆ, ਮੈਂ ਆਪਣੀ ਕੰਟਰੀ ਨੂੰ ਮੈਂ ਸਪੇਸ ਵਿਸ਼ੇ ਦੇ ਇਨਵੋਲਵ ਹੋ ਸਕਦਾ। ਮੇਰੇ ਲਈ ਸਭ ਤੋਂ ਵੱਡੀ ਮਾਣ ਦੀ ਗੱਲ ਹੈ, ਮੇਰਾ ਕੰਟਰੀ ਮੇਰੇ ਲਈ ਸਭ ਤੋਂ ਮੇਨ ਥਿੰਗ ਹੈ, ਮੇਰੀ ਸਟੇਟ ਤਾਂ ਮੇਰੇ ਲਈ ਸਭ ਤੋਂ ਮੇਨ ਥਿੰਗ ਹੈ। ਦੇਖੋ ਅੱਜ ਅਸੀਂ ਦੇਖ ਰਹੇ ਹਾਂ ਕਿੰਨਾ ਕੁਛ ਹੋ ਰਿਹਾ ਇੰਡੀਆ ਦੇ ਵਿੱਚ, ਲੇਕਿਨ ਉਹਨਾਂ ਚੀਜ਼ਾਂ ਨੂੰ ਸੋਲਵ ਕਰ ਸਕਦਾ ਹੈ ਸਪੇਸ ਸਾਇੰਸ। ਵੱਡੇ ਵੱਡੇ ਰਿਚੈਸਟ ਪਰਸਨ ਹੋਏ, ਟੈਸਲਾ ਦਾ ਮਾਲਕ ਦੇਖੋ, SpaceX ਬਣਾਤੀ ਉਸ ਬੰਦੇ ਨੇ, ਕੁਛ ਵੀ ਨਹੀਂ ਸੀ ਉਸ ਬੰਦੇ ਕੋਲ। ਉਹਨੇ ਇੱਕ ਆਈਡੀਆ ਆਇਆ, ਉਹਨੇ ਵਰਕ ਕੀਤਾ, ਵਰਕ ਕਰਕੇ ਉਹਨੇ SpaceX ਲਾਂਚ ਕੀਤੀ, ਅਤੇ ਅੱਜ ਉਹ ਇੱਕ ਵਿਜ਼ਨ ਰੱਖ ਬੈਠਾ ਵੀ ਅਸੀਂ ਮਾਰਸ ਦੇ ਵਿੱਚ 2025-26 ਦੇ ਵਿੱਚ ਇੱਕ ਦੁਨੀਆ ਡਿਵੈਲਪ ਕਰ ਦਾਂਗੇ। ਡੈਫੀਨਿਟਲੀ ਕਰੂਗਾ, ਸੋ ਮਾਨ ਹੈ ਡੈਫੀਨਿਟਲੀ। ਅਤੇ ਹੁਣ ਸਭ ਤੋਂ ਵੱਡੀ ਗੱਲ ਜਾਂਦੀ ਕਿ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਹੈ ਇਨਸਾਨ ਲਈ। ਕਿਸ ਨੂੰ ਸਰੇ ਦਿਓਗੇ? ਮਿਹਨਤ ਤੁਹਾਡੀ ਹੈਗੀ ਹੈ, ਪਰਿਵਾਰ ਦਾ ਸਾਥ ਹੈਗਾ? ਡੈਫੀਨਿਟਲੀ ਮੇਰੇ ਮਾਤਾ ਪਿਤਾ ਦੀ ਬਹੁਤ ਜ਼ਿਆਦਾ ਮਿਹਨਤ ਹੈ। ਮੇਰੇ ਮਦਰ ਅਤੇ ਫਾਦਰ ਮੈਨੂੰ ਕਹਿੰਦੇ ਵੀ ਜੋ ਤੂੰ ਕਰਨਾ ਕਰ। ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੁਹਾਡੇ ਪੇਰੈਂਟਸ ਤੁਹਾਨੂੰ ਕਿੰਨਾ ਜ਼ਿਆਦਾ ਮੋਟੀਵੇਟ ਕਰਦੇ ਆ। ਮੇਰੇ ਪੇਰੈਂਟਸ ਮੈਨੂੰ ਰੋਜ਼ ਮੋਟੀਵੇਟ ਕਰਦੇ ਵੀ ਯੂ ਕੈਨ ਡੂ ਫॉर ਯੂਰ ਕੰਟਰੀ, ਯੂ ਕੈਨ ਡੂ ਫॉर ਦਿਸ ਅਰਥ, ਡੈਫੀਨਿਟਲੀ। ਐਂਡ ਅੰਕਲ ਦਾ ਵੀ ਮੈਨੂੰ ਬਹੁਤ ਵੱਡਾ ਸਪੋਰਟ ਹੈ ਇਹਦੇ ਵਿੱਚ, ਡੈਫੀਨਿਟਲੀ। ਬਿਲਕੁਲ, ਤਾਂ ਇਹ ਉਹ ਪਰਿਵਾਰ ਹੈਗਾ ਹੈ। ਤਾਂ ਕਿਹਾ ਜਾਵੇ ਤਾਂ ਗਿਰੀਸ਼ ਮਿੱਤਲ ਜੀ ਨਾਮ ਹੈਗਾ ਇਹਨਾਂ ਦਾ, ਹੁਣ ਆਉਣ ਵਾਲੇ ਸਮੇਂ ਵਿੱਚ ਕਿਸੇ ਪ੍ਰੀਖਿਆ ਦੇ ਮੁਹਤਾਜ ਨਹੀਂ ਰਹਿਣਗੇ, ਕਿਉਂਕਿ ਜੋ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ, ਇੱਕ ਵੱਡਾ ਮਾਣ ਹਾਸਿਲ ਹੋਇਆ ਹੈ ਕਿ ਇਸ ਸੰਸਥਾ ਦਾ ਜੋ ਡਾਇਰੈਕਟਰ ਹੈ, ਪਹਿਲਾ ਹਿੰਦੁਸਤਾਨੀ ਭਾਰਤ ਵਾਸੀ ਡਾਇਰੈਕਟਰ ਬਣਿਆ ਹੈ, ਅਤੇ ਉਹ ਵੀ ਪੰਜਾਬ ਤੋਂ ਹੈ। ਅਤੇ ਦੂਜੀ ਗੱਲ, ਪੰਜਾਬ ਦੇ ਛੋਟੇ ਜ਼ਿਲ੍ਹੇ ਫਰੀਦਕੋਟ ਦੇ ਛੋਟੇ ਜਿਹੇ ਕਸਬੇ ਜੈਤੋ ਤੋਂ ਰਿਲੇਟਿਡ ਹੈ। ਤਾਂ ਫਿਲਹਾਲ ਸਾਡੀਆਂ ਵੀ ਸ਼ੁਭਕਾਮਨਾਵਾਂ ਇਹਨਾਂ ਨਾਲ ਨੇ, ਅਤੇ ਸੁਨਹਿਰੇ ਭਵਿੱਖ ਲਈ ਦੈਨਿਕ ਸਵੇਰਾ ਵੀ ਇਹਨਾਂ ਨੂੰ ਆਪਣੀ ਹਾਰਦਿਕ ਸ਼ੁਭਕਾਮਨਾਵਾਂ ਭੇਟ ਕਰਦਾ ਹੈ। ਜੈਤੋ ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ सूरज प्रकाश, दैनिक सवेरा टीवी। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ, ਵਸ਼ੀਕਰਨ ਕਰਵਾਓ, ਮਨ ਚਾਹ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश अते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट, ओपन चैलेंज। इल्मां दे माहिर A to Z समस्यावां दा फोन ते घर बैठे करवाओ हल। वशीकरण अते मुठ करनी, लव मैरिज, सौतन अते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जां तोड़वाओ, रुस्से नूं मनाउणा। हुणे कॉल करो बाबा सलीम खान 98 199 37 467।